गुरु की प्यारी साध संगत जी, गुरु जी ने इस तरह चुपचाप बिना किसी कार विहार दे घर ਵਿੱਚ ਹੀ ਲੇਟੇ ਰਹਿਣਾ ਵੇਖ ਕੇ ਮਹਿਤਾ ਜੀ ਨੇ ਵਿਚਾਰਿਆ ਕਿ ਇਸ ਨੂੰ ਕਿਸੇ ਕੰਮ ਧੰਦੇ ਲਾਉਣਾ ਚਾਹੀਦਾ ਹੈ ਜਿੱਥੇ ਇਸ ਦਾ ਮਨ ਵੀ ਪਰਚਿਆ ਰਹੇ ਅਤੇ ਘਰ ਦਾ ਕੁਝ ਕੰਮ ਵੀ ਸੌਰ ਜਾਵੇਗਾ। ਇਹ ਵੀ ਵਿਚਾਰ ਕਹਿ ਕੇ ਮਹਿਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਆਪਣੀਆਂ ਗਊਆਂ ਮੱਝਾਂ ਨੂੰ ਬਾਹਰ ਜੂ ਵਿੱਚ ਚਾਰ ਲਿਆਇਆ ਕਰੋ। ਤਾਂ ਦੂਸਰੇ ਦਿਨ ਗੁਰੂ ਜੀ ਗਾਈਆਂ ਮੱਝਾਂ ਲੈ ਕੇ ਬਾਹਰ ਜੂ ਵਿੱਚ ਚਾਰਨ ਲੈ ਗਏ। 3-4 ਦਿਨ ਸਭ ਕੰਮ ਠੀਕ ਚੱਲਦਾ ਰਿਹਾ। ਸਵੇਰੇ ਆਪ ਜੀ ਪਸ਼ੂਆਂ ਨੂੰ ਬਾਹਰ ਲੈ ਜਾਂਦੇ ਅਤੇ ਸੰਧਿਆ ਸਮੇਂ ਘਰ ਲੈ ਆਉਂਦੇ। ਇੱਕ ਦਿਨ ਗੁਰੂ ਜੀ ਗਾਈ ਮੱਝੀ ਚਾਰ ਦੀ ਛੱਡ ਕੇ ਆਪ ਅੰਤਰ ਧਿਆਨ ਹੋ ਕੇ ਆਪਣੀ ਮੌਜ ਵਿੱਚ ਬੈਠੇ ਰਹੇ। ਪਾਸ ਹੀ ਜ਼ਿਮੀਂਦਾਰ ਦਾ ਇੱਕ ਹਰਿਆ ਭਰਿਆ ਖੇਤ ਸੀ। ਗਾਈ ਮੱਝਾਂ ਨੇ ਉਸ ਵਿੱਚ ਵੜ ਕੇ ਖੇਤ ਦਾ ਬਹੁਤ ਨੁਕਸਾਨ ਕੀਤਾ। ਕੁਝ ਮੂੰਹ ਨਾਲ ਚਰ ਲਿਆ ਅਤੇ ਕੁਝ ਪੈਰਾਂ ਹੇਠ ਲਿਤਾੜ ਕੇ ਭੰਨ ਦਿੱਤਾ। ਇਤਨੇ ਨੂੰ ਖੇਤ ਦਾ ਮਾਲਕ ਵੀ ਆ ਗਿਆ। ਉਸਨੇ ਆਪਣੇ ਖੇਤ ਦੀ ਬੁਰੀ ਹਾਲਤ ਵੇਖ ਕੇ ਬਹੁਤ ਕਲਪਨਾ ਕੀਤੀ ਅਤੇ ਗਾਵਾਂ ਮੱਝਾਂ ਨੂੰ ਘੇਰ ਕੇ ਰਾਏ ਬੁਲਾਰ ਪਾਸ ਲੈ ਗਿਆ। ਜ਼ਿਮੀਂਦਾਰ ਨੇ ਰਾਏ ਬੁਲਾਰ ਅੱਗੇ ਪੁਕਾਰ ਕੀਤੀ ਕਿ ਤੁਹਾਡੇ ਪਟਵਾਰੀ ਦੇ ਲੜਕੇ ਨੇ ਗਾਈਆਂ ਮੱਝਾਂ ਛੱਡ ਕੇ ਮੇਰਾ ਖੇਤ ਉਜਾੜ ਦਿੱਤਾ ਹੈ। ਮੈਨੂੰ ਮੇਰੀ ਖੇਤੀ ਦਾ ਹਰਜਾਨਾ ਦਿਵਾਇਆ ਜਾਵੇ। ਤਦ ਗੁਰੂ ਜੀ ਨੇ ਸਹਿਜ ਸੁਭਾਅ ਹੀ ਰਾਏ ਬੁਲਾਰ ਨੂੰ ਕਿਹਾ, ਰਾਏ ਜੀ ਆਪਣਾ ਆਦਮੀ ਭੇਜ ਕੇ ਵੇਖ ਲਵੋ, ਇਸ ਦੀ ਕੋਈ ਖੇਤੀ ਨਹੀਂ ਉਜੜੀ। ਜੇ ਉਜੜੀ ਹੋਵੇਗੀ ਤਾਂ ਅਸੀਂ ਹਰਜਾਨਾ ਭਰ ਦੇਵਾਂਗੇ। ਤਦ ਰਾਏ ਬੁਲਾਰ ਨੇ ਜਦ ਆਪਣੇ ਆਦਮੀ ਭੇਜ ਕੇ ਵੇਖਿਆ ਤਾਂ ਖੇਤੀ ਬਿਲਕੁਲ ਠੀਕ ਤੇ ਹਰੀ ਭਰੀ ਖੜੀ ਸੀ। ਜ਼ਿਮੀਂਦਾਰ ਅਤੇ ਹੋਰ ਲੋਕ ਇਸ ਕੌਤਕ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਗੁਰੂ ਜੀ ਉਸ ਤੱਤੀ ਕਰਨ ਲੱਗੇ। ਗੁਰੂ ਜੀ ਰੋਜ਼ ਹੀ ਗਾਈ ਮੱਝਾਂ ਨੂੰ ਚਾਰਨ ਵਾਸਤੇ ਜੰਗਲ ਜੂ ਵਿੱਚ ਲੈ ਜਾਂਦੇ ਸਨ। ਇੱਕ ਦਿਨ ਵਿਸਾਖ ਮਹੀਨੇ ਵਿੱਚ ਦੁਪਹਿਰ ਸਮੇਂ ਗਾਈ ਮੱਝਾਂ ਨੂੰ ਇੱਕ ਥਾਂ ਛਾਵੇਂ ਬਿਠਾ ਕੇ ਆਪ ਪਾਸ ਹੀ ਬ੍ਰਿਛ ਹੇਠਾਂ ਲੇਟ ਗਏ। ਸੂਰਜ ਢਲਣ ਦੇ ਨਾਲ ਜਦ ਬ੍ਰਿਛ ਦੀ ਛਾਇਆ ਵੀ ਢਲ ਗਈ ਤਾਂ ਆਪ ਜੀ ਦੇ ਮੁਖ ਉੱਤੇ ਸੂਰਜ ਦੀ ਧੁੱਪ ਵੇਖ ਕੇ ਇੱਕ ਚਿੱਟਾ ਸੱਪ ਆਪਣੇ ਫਣ ਨਾਲ ਛਾਂ ਕਰਕੇ ਬੈਠ ਗਿਆ। ਦੇਵਨੇਤ ਉਸ ਸਮੇਂ ਰਾਏ ਬੁਲਾਰ ਸ਼ਿਕਾਰ ਖੇਡ ਕੇ ਵਾਪਸ ਘਰ ਨੂੰ ਘੋੜੇ ਤੇ ਚੜਿਆ ਆਪਣੇ ਆਦਮੀਆਂ ਨਾਲ ਆ ਰਿਹਾ ਸੀ। ਉਸ ਨੂੰ ਵੇਖ ਕੇ ਸੱਪ ਉੱਥੇ ਹੀ ਲੋਪ ਹੋ ਗਿਆ। ਰਾਏ ਬੁਲਾਰ ਇਸ ਕੌਤਕ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਮਨ ਹੀ ਮਨ ਵਿੱਚ ਆਪ ਜੀ ਦੀ ਮਹਿਮਾ ਕਰਦਾ ਹੋਇਆ ਘਰ ਨੂੰ ਆ ਗਿਆ। ਇੱਕ ਦਿਨ ਸੰਧਿਆ ਸਮੇਂ ਜਦ ਗੁਰੂ ਜੀ ਮਾਲ ਚਾਰ ਕੇ ਘਰ ਆਏ ਤਾਂ ਮਾਤਾ ਤ੍ਰਿਪਤਾ ਜੀ ਨੇ ਮਹਿਤਾ ਜੀ ਨੂੰ ਕਿਹਾ ਕਿ ਗਰਮੀ ਦੀ ਲੂ ਨਾਲ ਨਾਨਕ ਜੀ ਦਾ ਰੰਗ ਵੀ ਕਾਲਾ ਹੋ ਗਿਆ ਹੈ। ਇਸ ਨੂੰ ਇਤਨੀ ਗਰਮੀ ਦੀ ਰੂਤ ਵਿੱਚ ਮਾਲ ਚਾਰਨ ਨਾ ਭੇਜਿਆ ਕਰੋ। ਮਾਤਾ ਜੀ ਨੇ ਆਪਣੀ ਸੁਪੁੱਤਨੀ ਪਾਸੋਂ ਪੁੱਤਰ ਪਿਆਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਗੁਰੂ ਜੀ ਨੂੰ ਪਸ਼ੂ ਚਾਰਨ ਵਾਸਤੇ ਬਾਹਰ ਭੇਜਣਾ ਬੰਦ ਕਰ ਦਿੱਤਾ ਅਤੇ ਆਪ ਜੀ ਘਰ ਵਿੱਚ ਹੀ ਆਨੰਦ ਲੈਣ ਲੱਗੇ। ਜਦ ਗਰਮੀ ਦੀ ਰੁੱਤ ਲੰਘ ਗਈ ਅਤੇ ਬਰਖਾ ਦੀ ਰੁੱਤ ਸਾਉਣ ਭਾਦੋ ਆ ਗਈ ਤਾਂ ਮਹਿਤਾ ਜੀ ਨੇ ਇਹ ਵਿਚਾਰ ਕਰਕੇ ਕਿ ਇਸ ਨੂੰ ਵਿਹਲਾ ਬੈਠਣ ਦੇਣਾ ਠੀਕ ਨਹੀਂ ਹੈ ਅਤੇ ਫਸਲ ਬੀਜਣ ਦਾ ਸਮਾਂ ਹੈ। ਇਸ ਵਾਸਤੇ ਨਾਨਕ ਜੀ ਨੂੰ ਖੇਤੀ ਬੀਜਣ ਦਾ ਕੰਮ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਨੌਕਰ ਨਾਲ ਵੈਲਾਂ ਦੀ ਜੋੜੀ ਤਿਆਰ ਕਰਕੇ ਮਹਿਤਾ ਜੀ ਨੇ ਗੁਰੂ ਜੀ ਨੂੰ ਕਣਕ ਬੀਜਣ ਵਾਸਤੇ ਖੇਤ ਵਿੱਚ ਭੇਜ ਦਿੱਤਾ। ਗੁਰੂ ਜੀ ਨੇ ਜ਼ਮੀਨ ਵਿੱਚ ਵਿਰਲੇ ਵਿਰਲੇ ਸਿਆੜ ਕੱਢ ਕੇ ਸਾਰਾ ਬੀਜ ਖਿਲਾਰ ਦਿੱਤਾ। 4-5 ਦਿਨ ਪਿੱਛੋਂ ਜਦ ਮਹਿਤਾ ਕਾਲੂ ਜੀ ਨੇ ਜਾ ਕੇ ਵੇਖਿਆ ਤਦ ਸਾਰੇ ਖੇਤ ਵਿੱਚ ਬਹੁਤ ਸੰਘਣੀ ਹਰੀ ਅੰਗੂਰੀ ਖੜੀ ਹੈ ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਗੁਰੂ ਜੀ ਦੀ ਵਡਿਆਈ ਕਰਨ ਲੱਗਾ। ਪਿਤਾ ਕਾਲੂ ਚੰਦ ਜੀ ਦੀਆਂ ਧਨ ਖੱਟਣ ਦੀਆਂ ਖੁਸ਼ੀਆਂ ਨੂੰ ਮੋੜਾ ਪਾਉਣ ਵਾਸਤੇ
ਗੁਰੂ ਜੀ ਜਦ ਖੇਤ ਦੀ ਰਾਖੀ ਕਰਨ ਜਾਂਦੇ ਤਾਂ ਆਪਣੀ ਖੇਤੀ ਵਿੱਚੋਂ ਕਿਸੇ ਵੀ ਪਸ਼ੂ ਨੂੰ ਬਾਹਰ ਨਾ ਕੱਢਦੇ, ਜਿਸ ਕਰਕੇ ਸਾਰੀ ਖੇਤੀ ਪਸ਼ੂਆਂ ਨੇ ਚਰ ਲਈ। ਇੱਕ ਦਿਨ ਖੇਤੀ ਉਜੜੀ ਵੇਖ ਕੇ ਮਹਿਤ ਜੀ ਨੇ ਗੁਰੂ ਜੀ ਨੂੰ ਕ੍ਰੋਧ ਦੇ ਬਚਨ ਆਖੇ। ਖੇਤੀ ਦਾ ਕੰਮ ਤਿਆਗ ਕੇ ਗੁਰੂ ਜੀ ਪਿੰਡ ਤੋਂ ਬਾਹਰ ਦੂਰ ਇੱਕ ਬ੍ਰਿਛ ਹੇਠਾਂ ਸਾਰਾ ਦਿਨ ਇਕੱਲੇ ਬੈਠੇ ਰਹਿੰਦੇ, ਹਰ ਵੇਲੇ ਵਿਰਾਗ ਵਿੱਚ ਹੀ ਮਸਤ ਰਹਿੰਦੇ। ਕੁਝ ਦਿਨਾਂ ਉਪਰੰਤ ਖਾਣਾ ਪੀਣਾ ਵੀ ਤਿਆਗ ਦਿੱਤਾ। ਇੱਕ ਦਿਨ ਦੁਪਹਿਰ ਢਲੀ ਦੇ ਸਮੇਂ ਬਾਹਰ ਜਾ ਕੇ ਆਪ ਜੀ ਇੱਕ ਬ੍ਰਿਛ ਹੇਠਾਂ ਚਾਦਰ ਵਿਛਾ ਕੇ ਸੁੱਤੇ ਹੋਏ ਸਨ। ਉਸ ਸਮੇਂ ਸਭ ਬ੍ਰਿਛਾਂ ਦੇ ਪਰਛਾਵੇਂ ਢਲੇ ਹੋਏ ਸਨ, ਪਰ ਜਿਸ ਬ੍ਰਿਛ ਹੇਠਾਂ ਗੁਰੂ ਜੀ ਸੁੱਤੇ ਹੋਏ ਸਨ ਉਸ ਦਾ ਪਰਛਾਵਾਂ ਜਿਉਂ ਦਾ ਤਿਉਂ ਉੱਥੇ ਹੀ ਖੜਾ ਸੀ। ਜੋ ਘੜੀ ਉਪਰੰਤ ਆਪਣੇ ਖੇਤਾਂ ਦੀ ਨਿਗਰਾਨੀ ਕਰਦਾ ਹੋਇਆ ਘੋੜੇ ਤੇ ਚੜਿਆ ਹੋਇਆ ਉਧਰ ਰਾਏ ਬੁਲਾਰ ਆ ਗਿਆ। ਇੱਕ ਕੌਤਕ ਵੇਖ ਕੇ ਉਸ ਨੂੰ ਬੜਾ ਅਚੰਭਾ ਹੋਇਆ। ਉਸਨੇ ਆਪਣੇ ਆਦਮੀਆਂ ਨੂੰ ਦੱਸਿਆ ਕਿ ਵੇਖੋ, ਜਿਸ ਬ੍ਰਿਛ ਹੇਠਾਂ ਸ੍ਰੀ ਗੁਰੂ ਨਾਨਕ ਜੀ ਸੁੱਤੇ ਹੋਏ ਹਨ ਉਸ ਦਾ ਪਰਛਾਵਾਂ ਉੱਥੇ ਹੀ ਆਪ ਜੀ ਉੱਪਰ ਖੜਾ ਹੈ। ਇਹ ਨਿਸ਼ਚੈ ਹੀ ਕੋਈ ਅਵਤਾਰ ਹਨ, ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ। ਇਸ ਤੋਂ ਪਹਿਲਾਂ ਵੀ ਇੱਕ ਕੌਤਕ ਵੇਖਿਆ ਸੀ ਕਿ ਇਹਨਾਂ ਉੱਤੇ ਇੱਕ ਸੱਪ ਨੇ ਆਪਣੇ ਫਣ ਨਾਲ ਛਾਇਆ ਕੀਤੀ ਹੋਈ ਸੀ। ਇਸ ਤਰ੍ਹਾਂ ਦੀ ਵਡਿਆਈ ਕਰਦਾ ਹੋਇਆ ਰਾਇਆ ਬੁਲਾਰ ਆਪ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਆ ਗਿਆ। ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਤੂੰ ਵੱਡੇ ਭਾਗਾਂ ਵਾਲਾ ਹੈ, ਜਿਸ ਦੇ ਘਰ ਨਾਨਕ ਵਰਗਾ ਪੁੱਤਰ ਜਨਮਿਆ ਹੈ। ਇਸ ਨੂੰ ਅੱਗੇ ਤੋਂ ਕਦੀ ਕੋਈ ਕੌੜਾ ਬੋਲ ਨਾ ਬੋਲਣਾ। ਮੇਰੇ ਵੱਲੋਂ ਇੱਕ ਸੁੰਦਰ ਪੋਸ਼ਾਕ ਲੈ ਜਾਓ ਅਤੇ ਨਾਨਕ ਨੂੰ ਪਹਿਨਾ ਦਿਓ। ਅੱਗੇ ਤੋਂ ਵੀ ਮੈਂ ਉਹਨਾਂ ਦੀ ਹਰ ਪ੍ਰਕਾਰ ਦੀ ਲੋੜ ਅਨੁਸਾਰ ਸੇਵਾ ਕਰਨ ਨੂੰ ਤਿਆਰ ਹਾਂ। ਮਹਿਤਾ ਜੀ ਨੇ ਕਿਹਾ, ਰਾਏ ਜੀ, ਆਪ ਜੀ ਦਾ ਦਿੱਤਾ ਸਭ ਕੁਝ ਹੈ, ਪਰ ਮੈਨੂੰ ਇਹ ਚਿੱਤਾ ਖਾਈ ਜਾਂਦੀ ਹੈ ਕਿ ਇਸ ਨੂੰ ਜਿਸ ਕੰਮ ਤੇ ਵੀ ਮੈਂ ਲਾਇਆ ਹੈ ਉਸ ਨੂੰ ਇਸ ਨੇ ਸਵਾਰਿਆ ਨਹੀਂ, ਵਿਗਾੜਿਆ ਹੀ ਹੈ। ਹੁਣ ਵੀ ਵੇਖੋ, ਮਸਤਾਨਿਆਂ ਵਾਂਗੂ ਪਿੰਡ ਤੋਂ ਬਾਹਰ ਜਾ ਕੇ ਸਾਰਾ ਦਿਨ ਬੈਠਾ ਰਹਿੰਦਾ ਹੈ। ਤੁਸੀਂ ਇਸ ਦੀ ਬੜੀ ਸਿਫਤ ਕਰਦੇ ਹੋ, ਪਰ ਮੈਨੂੰ ਇਸ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ। ਰਾਏ ਬੁਲਾਰ ਨੇ ਕਿਹਾ, ਮਹਿਤਾ ਕਾਲੂ ਚੰਦ, ਤੇਰੀ ਬੁੱਧੀ ਧਨ ਖਟਣ ਵਿੱਚ ਫਸੀ ਹੋਈ ਹੈ, ਇਹਨਾਂ ਦੇ ਦੇਵੀ ਗੁਣਾਂ ਨੂੰ ਨਹੀਂ ਜਾਣ ਸਕਦੀ। ਤੁਸੀਂ ਚਿੰਤਾ ਨਾ ਕਰੋ, ਤੈਨੂੰ ਛੇਤੀ ਹੀ ਸਭ ਕੁਝ ਪਤਾ ਲੱਗ ਜਾਵੇਗਾ। ਇੱਕ ਦਿਨ ਵਰਖਾ ਰੁੱਤ ਉਪਰੰਤ ਜਦੋਂ ਸ਼ਰਦ ਰੁੱਤ ਆ ਗਈ ਤਾਂ ਗੁਰੂ ਜੀ ਇਕਾਗਰ ਬ੍ਰਿਤੀ ਕਰਕੇ ਘਰ ਵਿੱਚ ਇਕਾਂਤ ਹੀ ਲੇਟੇ ਰਹਿੰਦੇ। ਇੱਕ ਦਿਨ ਮਾਤਾ ਜੀ ਨੇ ਕਿਹਾ, ਪੁੱਤਰ, ਇਸ ਤਰ੍ਹਾਂ ਚੁੱਪਚਾਪ ਬਿਮਾਰਾਂ ਵਾਂਗ ਕਿਉਂ ਲੇਟੇ ਰਹਿੰਦੇ ਹੋ? ਆਪਣੇ ਘਰ ਦਾ ਕੋਈ ਕੰਮ ਕਾਜ ਦਿਲ ਲਾ ਕੇ ਕਰਿਆ ਕਰੋ। ਜੇਕਰ ਖੇਤੀ ਦਾ ਕੰਮ ਚੰਗਾ ਨਹੀਂ ਲੱਗਦਾ ਤਾਂ ਕੋਈ ਵਣਜ ਵਪਾਰ ਦਾ ਕੰਮ ਕਰ ਲਵੋ। ਕੰਮ ਕਰੋਗੇ ਤਾਂ ਮਨ ਪਰਚਾ ਰਹੇਗਾ, ਘਰ ਧਨ ਆਵੇਗਾ। ਕੋਈ ਭਲਾ ਖੱਤਰੀ ਤੁਹਾਨੂੰ ਕਮਾਊ ਦੇਖ ਕੇ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਵੇਗਾ। ਤੁਸੀਂ ਪਰਿਵਾਰ ਵਾਲੇ ਹੋ ਜਾਓਗੇ। ਵੇਖ, ਤੇਰਾ ਰੰਗ ਪੀਲਾ ਹੋ ਗਿਆ ਹੈ, ਸਰੀਰ ਲਿੱਸਾ ਤੇ ਕਮਜ਼ੋਰ ਹੋ ਗਿਆ ਹੈ। ਜੇਕਰ ਤੈਨੂੰ ਕੋਈ ਰੋਗ ਹੈ ਤਾਂ ਦੱਸ, ਮੈਂ ਵੈਦ ਨੂੰ ਬੁਲਾ ਕੇ ਤੇਰਾ ਇਲਾਜ ਕਰਾਵਾਂ। ਮਾਤਾ ਜੀ ਦੀਆਂ ਇਹਨਾਂ ਗੱਲਾਂ ਦਾ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ। ਤਦ ਮਾਤਾ ਜੀ ਨੇ ਨਿਸ਼ਚੈ ਹੀ ਗੁਰੂ ਜੀ ਨੂੰ ਕੋਈ ਰੋਗ ਸਮਝ ਕੇ ਵੈਦ ਹਰਦਿਆਲ ਨੂੰ ਬੁਲਾ ਕੇ ਗੁਰੂ ਜੀ ਦੀ ਬਾਂਹ ਵਿਖਾਈ। ਜਦ ਵੈਦ ਨੂੰ ਰੋਗ ਦਾ ਕੁਝ ਪਤਾ ਨਾ ਲੱਗਾ ਤਾਂ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਬਾਣੀ ਪੜ੍ਹਨੀ ਸ਼ੁਰੂ ਕੀਤੀ। ਵੈਦ ਹਰਦਿਆਲ ਆਪ ਜੀ ਦੇ ਇਹ ਵਿਚਾਰ ਸੁਣ ਕੇ ਹੈਰਾਨ ਹੋ ਗਿਆ ਅਤੇ ਉਸਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਆਪ ਜੀ ਦੇ ਬਚਨ ਸੁਣ ਕੇ ਮੇਰੀ ਅਗਿਆਨਤਾ ਦੂਰ ਹੋ ਗਈ ਹੈ। ਆਪ ਕਿਰਪਾ ਕਰਕੇ ਮੇਰੇ ਮਨ ਦਾ ਰੋਗ ਹੰਕਾਰ ਵੀ ਦੂਰ ਕਰ ਦਿਓ। ਵੈਦ ਦੀ ਬੇਨਤੀ ਸੁਣ ਕੇ
ਗੁਰੂ ਜੀ ਨੇ ਕਿਹਾ, ਸਤਸੰਗ ਕਰਿਆ ਕਰੋ। ਹਉਮੈ ਰੋਗ ਨੂੰ ਦੂਰ ਕਰਨ ਵਾਲਾ ਇਹੀ ਇੱਕ ਵੱਡਾ ਦਾਰੂ ਹੈ।